ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਵੀਰ ਸਿੰਘ ਦੀ ਪਗੜੀ ਅਤੇ ਰੁਮਾਲਿਆਂ ਦੀ ਦੁਕਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ, ਜਿਸ ਦੇ ਕੋਲ ਹੀ ਹਰਮੰਦਰ ਸਾਹਿਬ ਹੈ। ਉਹਨਾਂ ਦੀ ਦੁਕਾਨ ਉੱਥੇ ਬੜੀ ਹੀ ਪੁਰਾਣੀ ਹੈ ਤੇ ਕੁਲਵੀਰ ਸਿੰਘ ਨੇ ਇਹ ਘਟਨਾ ਸਾਡੇ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਆਪਾਂ ਇੱਥੇ ਪਿਛਲੇ 26 ਸਾਲਾਂ ਤੋਂ ਦੁਕਾਨਦਾਰੀ ਕਰ ਰਹੇ ਹਾਂ। ਇਹੋ ਸਾਡਾ ਕਾਰੋਬਾਰ ਹੈ ਤੇ ਆਪਾਂ ਗੁਰੂ ਦੇ ਘਰ ਦੇ ਨਜ਼ਦੀਕ ਹੀ ਹਾਂ। ਗੁਰੂ ਤੋਂ ਰਿਜ਼ਕ ਲੈ ਕੇ ਹੀ ਕਮਾ ਰਹੇ ਹਾਂ। ਕਦੇ ਵੀ ਹੇਰ ਫੇਰ ਜਾਂ ਲਾਲਚ ਕਰਕੇ ਦੁਕਾਨਦਾਰੀ ਨਹੀਂ ਕੀਤੀ ਤੇ ਮਾਲਕ ਦੀ ਐਨੀ ਕਿਰਪਾ ਹੈ ਕਿ ਇਸ ਗੱਲ ਦੀ ਗਵਾਹੀ ਸਾਰਾ ਇਲਾਕਾ ਭਰਦਾ ਹੈ। ਕੁਲਵੀਰ ਸਿੰਘ ਜੋ ਕਿ ਇਸ ਟਾਈਮ 50 ਸਾਲਾਂ ਦੇ ਹਨ, ਉਹਨਾਂ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਬੰਦਿਆਂ ਨੂੰ ਮਿਲਿਆ ਹਾਂ, ਅਨੇਕਾਂ ਹੀ ਜ਼ਿੰਦਗੀਆਂ ਬਣਦੀਆਂ ਤੇ ਉਜੜਦੀਆਂ ਦੇਖੀਆਂ ਨੇ। ਪੈਸਾ ਵੀ ਦੇਖਿਆ ਤੇ ਗਰੀਬੀ ਵੀ ਦੇਖੀ, ਪਰ ਇੱਕ ਅਜਿਹੀ ਘਟਨਾ, ਇੱਕ ਐਸਾ ਦੁਕਾਨ ਮੈਂ ਪਿਛਲੇ ਹੀ ਦਿਨੀ ਆਪਣੀ ਦੁਕਾਨ ਤੇ ਦੇਖਿਆ ਜਿਸ ਨੂੰ ਦੇਖ ਕੇ ਮੇਰੀ ਸਾਰੀ ਜ਼ਿੰਦਗੀ ਹਿੱਲ ਗਈ। ਇੱਕ ਸਵਾਲ ਮੇਰੇ ਮਨ ਦੇ ਅੰਦਰ ਛਪ ਗਿਆ ਜੋ ਨਿਕਲ ਨਹੀਂ ਰਿਹਾ ਤੇ ਇਸ ਦਾ ਜਵਾਬ ਦੇਣ ਵਾਲਾ ਕੋਈ ਵੀ ਨਹੀਂ। ਸੋ ਸਵਾਲ ਸੁਣਨ ਤੋਂ ਪਹਿਲਾਂ ਇਹ ਸਾਰੀ ਘਟਨਾ ਸੁਣ ਲਵੋ। ਕੁਲਵੀਰ ਸਿੰਘ ਦੱਸਦੇ ਨੇ ਕਿ ਮੈਂ ਆਪਣੀ ਦੁਕਾਨ ਤੇ ਇੱਕ ਦਿਨ ਲੇਟ ਪਹੁੰਚਿਆ। ਘਰ ਦੇ ਵਿੱਚ ਕੋਈ ਪ੍ਰੋਬਲਮ ਸੀ, ਸੋ ਮੈਂ ਲੇਟ ਦੁਕਾਨ ਖੋਲ ਰਿਹਾ ਸੀ। ਦੁਕਾਨ ਖੋਲਦਿਆਂ ਹੀ ਮੈਂ ਮੱਥਾ ਟੇਕਿਆ ਅਤੇ ਟੇਬਲ ਸਾਫ਼ ਕਰ ਰਿਹਾ ਸੀ ਕਿ ਇੱਕ ਚਿੱਟੇ ਰੰਗ ਦੀ ਵੱਡੀ ਗੱਡੀ ਮੇਰੀ ਦੁਕਾਨ ਦੇ ਸਾਹਮਣੇ ਆ ਕੇ ਰੁਕ ਗਈ। ਕਾਫੀ ਸਮਾਂ ਉਸ ਦੇ ਵਿੱਚੋਂ ਕੋਈ ਵੀ ਬਾਹਰ ਨਹੀਂ ਆਇਆ। ਮੈਨੂੰ ਲੱਗਿਆ ਕਿ ਸ਼ਾਇਦ ਕੋਈ ਵੈਸੇ ਹੀ ਗੱਡੀ ਖੜੀ ਕਰ ਗਿਆ ਹੋਵੇਗਾ ਤੇ ਮੈਂ ਆਪਣੇ ਕੰਮ ਦੇ ਵਿੱਚ ਲੱਗਿਆ ਰਿਹਾ। ਮੇਰੀ ਦੁਕਾਨ ਦੇ ਉੱਤੇ ਕੰਮ ਕਰਨ ਵਾਲੇ ਕਾਮੇ ਵੀ ਆਉਣ ਲੱਗ ਪਏ ਸੀ ਤੇ ਕੁਝ ਸਮੇਂ ਬਾਅਦ ਉਸ ਚਿੱਟੀ ਗੱਡੀ ਦੇ ਵਿੱਚੋਂ ਇੱਕ ਉੱਚਾ ਲੰਬਾ ਸਰਦਾਰ ਵਿਅਕਤੀ ਨਿਕਲਿਆ। ਪਗੜੀ ਧਾਰੀ ਸੀ ਤੇ ਦਾੜੀ ਕਟਵਾਈ ਹੋਈ ਸੀ। ਦੇਖਣ 'ਚ ਇੰਜ ਲੱਗ ਰਿਹਾ ਸੀ ਕਿ ਕੋਈ ਵੱਡਾ ਅਫਸਰ ਹੋਵੇਗਾ। ਉਸ ਦੀ ਪਰਸਨੈਲਿਟੀ ਤੋਂ ਕੁਝ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਅਤੇ ਉਹ ਮੇਰੀ ਦੁਕਾਨ ਵੱਲ ਆਇਆ ਤੇ ਮੈਨੂੰ ਬੁਲਾ ਕੇ ਕਹਿਣ ਲੱਗਿਆ ਕਿ ਮੈਨੂੰ ਇੱਕ ਰੁਮਾਲਾ ਸਾਹਿਬ ਵਧੀਆ ਦੇ ਵਿੱਚ ਦਿਖਾਓ। ਮੈਂ ਉਸ ਨੂੰ ਰੁਮਾਲਾ ਸਾਹਿਬ ਦਿਖਾਇਆ ਤੇ ਉਸ ਨੂੰ ਪਸੰਦ ਵੀ ਆ ਗਿਆ। ਉਸ ਰੁਮਾਲੇ ਸਾਹਿਬ ਨੂੰ ਫਾਈਨਲ ਕਰਕੇ ਉਸ ਨੇ ਮੇਰੇ ਤੋਂ ਪੈਸੇ ਪੁੱਛੇ ਤੇ ਮੈਂ ਉਹਨਾਂ ਨੂੰ ਕਿਹਾ ਕਿ 700 ਰੁਪਇਆ। ਤਾਂ ਉਹ ਕਹਿਣ ਲੱਗਿਆ ਕਿ ਠੀਕ ਲਗਾਓ ਤੇ ਅਚਾਨਕ ਹੀ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਿਆ ਕਿ ਅੱਜ ਤੱਕ ਹੱਕ ਦਾ ਹੀ ਖਾਦਾ ਹੈ, ਨਜਾਇਜ਼ ਕਿਸੇ ਤੋਂ ਵੀ ਨਹੀਂ ਮੰਗੇ। ਮੇਰੇ ਮੂੰਹ ਦੇ ਵਿੱਚੋਂ ਇਹ ਗੱਲ ਨਿਕਲੀ ਹੀ ਸੀ ਕਿ ਉਸ ਦੇ ਹੱਥ ਦੇ ਵਿੱਚੋਂ ਫੜੇ ਹੋਏ ਨੋਟ ਟੇਬਲ ਦੇ ਉੱਤੇ ਡਿੱਗ ਪਏ ਅਤੇ ਉਸ ਦੀਆਂ ਅੱਖਾਂ ਨਮ ਹੋ ਜਾਪਦੀਆਂ ਸੀ ਅਤੇ ਉਹ ਮੈਨੂੰ ਕਹਿਣ ਲੱਗਿਆ ਕਿ ਸਰਦਾਰ ਜੀ ਦੇ ਹੱਕ ਦਾ ਖਾਦਾ ਹੈ ਤਾਂ ਹਮੇਸ਼ਾ ਇਸੇ ਤਰ੍ਹਾਂ ਹੀ ਰੱਖੋ ਤੇ ਆਪਣੇ ਬੱਚਿਆਂ ਨੂੰ ਵੀ ਇਹੋ ਜਿਹਾ ਹੀ ਬਣਾਓ। ਕਿਸੇ ਨਾਲ ਨਜਾਇਜ਼ ਨਹੀਂ ਕਰਨੀ। ਜੇ ਨਜਾਇਜ਼ ਕਰਦੇ ਹੋ ਤਾਂ ਰੱਬ ਇੱਥੇ ਇਨਸਾਫ ਕਰ ਦਿੰਦਾ ਹੈ। ਇਸ ਦਾ ਸਬੂਤ ਇਹ ਹੈ ਕਿ ਮੇਰੇ ਪਾਪਾ ਦਾ ਫਲ ਉਸ ਮਹਿੰਗੀ ਅਤੇ ਸੋਹਣੀ ਦਿਖ ਰਹੀ ਗੱਡੀ ਦੇ ਵਿੱਚ ਬੈਠਾ ਹੋਇਆ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਉਸ ਨੇ ਇੰਜ ਕਿਉਂ ਕਿਹਾ ਅਤੇ ਕੀ ਸੀ ਉਸ ਦੀ ਗੱਡੀ ਦੇ ਵਿੱਚ ਅਜਿਹਾ ਜਿਸ ਨੂੰ ਉਹ ਆਪਣੇ ਪਾਪਾ ਦਾ ਫਲ ਦੱਸ ਰਿਹਾ ਸੀ। ਮੇਰੇ ਅੰਦਰ ਜਾਣਨ ਦੀ ਬੜੀ ਤੜਫ ਲੱਗੀ ਤੇ ਮੈਂ ਕਿਹਾ ਕਿ ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਮੇਰੇ ਕੋਲ ਬੈਠ ਸਕਦੇ ਹੋ। ਮੇਰੇ ਕਹਿਣ ਤੇ ਉਹ ਸਰਦਾਰ ਆਦਮੀ ਮੇਰੇ ਕੋਲ ਪਈ ਕੁਰਸੀ ਦੇ ਉੱਪਰ ਬੈਠ ਗਿਆ। ਮੈਂ ਉਸ ਨੂੰ ਪਾਣੀ ਦਿੱਤਾ ਤੇ ਕਿਹਾ, ਸਰਦਾਰ ਜੀ, ਦਿਲ ਦੇ ਵਿੱਚ ਬੋਝ ਲੈ ਕੇ ਘੁੰਮ ਰਹੇ ਹੋ ਸਕਦਾ ਹੈ ਕਿ ਸ਼ਾਇਦ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ। ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖਣ ਲੱਗਿਆ ਤੇ ਕਹਿਣ ਲੱਗਿਆ ਕਿ ਜੇਕਰ ਤੁਸੀਂ ਮੇਰੀ ਮਦਦ ਕਰ ਦਿੱਤੀ ਤਾਂ ਮੈਂ ਸੌਖਾ ਹੋ ਕੇ ਮਰ ਸਕਦਾ ਹਾਂ, ਪਰ ਪਹਿਲਾਂ ਮੇਰੀ ਕਹਾਣੀ ਸੁਣ ਲਵੋ ਅਤੇ ਸਾਰੀ ਕਹਾਣੀ ਸੁਣਨ ਤੋਂ ਬਾਅਦ ਹੀ ਮਦਦ ਕਰਨ ਦਾ ਵਾਅਦਾ ਕਰਿਓ। ਉਹ ਦੱਸਣ ਲੱਗਿਆ ਕਿ ਉਹ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਇੱਕ ਉੱਚ ਅਧਿਕਾਰੀ ਹੈ ਅਤੇ ਇਸ ਸਮੇਂ ਉਸ ਦੀ ਡਿਊਟੀ ਅੰਮ੍ਰਿਤਸਰ ਦੇ ਵਿੱਚ ਹੀ ਹੈ। ਉਹਨਾਂ ਨੇ ਕਿਹਾ ਕਿ ਮੈਂ ਗਰੀਬੀ ਦੇ ਵਿੱਚੋਂ ਨਿਕਲ ਕੇ ਅਫਸਰ ਬਣਿਆ, ਪਰ ਸ਼ੁਰੂ ਤੋਂ ਹੀ ਮੈਂ ਬਹੁਤ ਰਿਸ਼ਵਤ ਲਈ। ਹਰ ਜਗ੍ਹਾ ਹਰ ਇੱਕ ਕੋਲੋਂ ਪੈਸੇ ਲਏ। ਵੱਡਾ ਅਫਸਰ ਵੀ ਬਣ ਗਿਆ ਤਾਂ ਰਿਸ਼ਵਤ ਵੀ ਹੌਲੀ ਹੌਲੀ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਗਈ। ਕੋਈ ਗਰੀਬ ਅਮੀਰ ਨਹੀਂ ਦੇਖਿਆ ਅਤੇ ਆਪਣਾ ਬੈਂਕ ਅਕਾਊਂਟ ਭਰਦਾ ਰਿਹਾ, ਪਰਿਵਾਰ ਨੂੰ ਚਲਾਉਂਦਾ ਰਿਹਾ ਤੇ ਮੇਰੀ ਪਤਨੀ ਨੂੰ ਵੀ ਸਭ ਕੁਝ ਪਤਾ ਸੀ। ਘਰ ਦੇ ਵਿੱਚ ਮਹਿੰਗੇ ਮਹਿੰਗੇ ਗਿਫਟ ਆਉਂਦੇ ਦੇਖ ਉਹ ਵੀ ਬਹੁਤ ਖੁਸ਼ ਹੁੰਦੀ
ਸੀ। ਉਸਨੇ ਮੈਨੂੰ ਕਦੇ ਰੋਕਿਆ ਨਹੀਂ। ਮੇਰੇ 2 ਲੜਕੇ ਹਨ ਅਤੇ 2 ਲੜਕੀਆਂ। ਇੱਕ ਵਾਰੀ ਮੇਰੇ ਕੋਲ ਇੱਕ ਕੇਸ ਆਇਆ ਤੇ ਗਰੀਬ ਘਰ ਵਾਲਿਆਂ ਨੂੰ ਮੈਂ ਬਹੁਤ ਪਰੇਸ਼ਾਨ ਕੀਤਾ, ਪੈਸੇ ਦੇਣ ਦੇ ਲਈ ਤੇ ਰਿਸ਼ਵਤ ਲੈਣ ਦੇ ਲਈ। ਪਰ ਨਾ ਤਾਂ ਉਹਨਾਂ ਦਾ ਕੋਈ ਕਸੂਰ ਸੀ ਤੇ ਨਾ ਹੀ ਉਹ ਮੈਨੂੰ ਪੈਸੇ ਦੇ ਸਕਦੇ ਸੀ। ਸ਼ਾਇਦ ਉਹ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਆ ਚੁੱਕੇ ਸੀ ਅਤੇ ਸਾਰੇ ਪਰਿਵਾਰ ਨੇ ਤੰਗ ਆ ਕੇ ਆਤਮ ਹੱਤਿਆ ਕਰ ਲਈ ਤੇ ਉਹ ਸਾਰਾ ਪਰਿਵਾਰ ਹੀ ਮਾਰਿਆ ਗਿਆ। ਮੇਰੇ ਕੋਲੋਂ ਤੰਗ ਆ ਕੇ ਉਹ ਸਾਰਾ ਪਰਿਵਾਰ ਮਾਰਿਆ ਗਿਆ ਤੇ ਦੇਖਿਆ ਜਾਵੇ ਤਾਂ ਮੈਂ ਹੀ ਉਹਨਾਂ ਦਾ ਹਥਿਆਰਾ ਸੀ। ਮੈਨੂੰ ਕੋਈ ਦੁੱਖ ਜਾਂ ਪਛਤਾਵਾ ਨਹੀਂ ਹੋਇਆ। ਡਿਊਟੀ ਚੱਲਦੀ ਰਹੀ ਅਤੇ ਰਿਸ਼ਵਤ ਵੀ। ਬੱਚੇ ਵੱਡੇ ਹੋਏ ਪਰ ਮੈਂ ਪਰਿਵਾਰ ਦੇ ਉੱਤੇ ਧਿਆਨ ਨਾ ਦੇ ਸਕਿਆ। ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਮੇਰੀ ਪਤਨੀ ਨੂੰ ਇੱਕ ਭਿਆਨਕ ਰੋਗ ਹੈ। ਬਿਮਾਰੀ ਹੋਈ, ਪੈਸਾ ਲੱਗਿਆ ਪਰ ਉਸ ਨੂੰ ਬਚਾ ਨਾ ਸਕਿਆ ਤੇ ਆਖਿਰ ਉਹ ਵੀ ਮਰ ਗਈ। ਮੇਰੀ ਲੜਕੀਆਂ ਵਿਆਹੁਣ ਜੋਗੀਆਂ ਹੋਈਆਂ ਤੇ ਦੋਨੋਂ ਭੈਣਾਂ ਇੱਕੋ ਘਰ ਦੇ ਵਿੱਚ ਵਿਆਹ ਦਿੱਤੀਆਂ ਅਤੇ ਕਰੋੜਾਂ ਰੁਪਏ ਲੜਕੀਆਂ ਦੇ ਵਿਆਹ ਤੇ ਉੱਤੇ ਲਗਾ ਦਿੱਤਾ। ਪਰ ਕੁਝ ਸਾਲਾਂ ਬਾਅਦ ਉਹਨਾਂ ਦੇ ਘਰ 'ਚ ਕਲੇਸ਼ ਰਹਿਣ ਲੱਗ ਪਿਆ ਤੇ ਉਹਨਾਂ ਦੋਨੇ ਕੁੜੀਆਂ ਦਾ ਵੀ ਤਲਾਕ ਹੋ ਗਿਆ। ਪਤਾ ਲੱਗਿਆ ਕਿ ਮੇਰੀ ਲੜਕੀਆਂ ਨੂੰ ਨਸ਼ੇ ਕਰਨ ਦੀ ਆਦਤ ਹੈ ਜੋ ਕਿ ਮੈਨੂੰ ਵੀ ਨਹੀਂ ਪਤਾ ਸੀ ਅਤੇ ਉਹ ਵੀ ਤਲਾਕਸ਼ੁਦਾ ਹੋ ਕੇ ਘਰ ਦੇ ਵਿੱਚ ਹੀ ਬੈਠ ਗਈਆਂ। ਮੇਰੇ 2 ਲੜਕੇ ਹਨ ਜੋ ਕਿ ਪਹਿਲਾਂ ਹੀ ਪੜ੍ਹਨੋਂ ਹਟ ਗਏ ਅਤੇ ਇੱਕ ਨੂੰ ਚਿੱਟੇ ਦੀ ਲੱਤ ਲੱਗ ਗਈ ਅਤੇ ਉਹ ਨਸ਼ਿਆਂ ਦੇ ਆਦੀ ਹੋ ਚੁੱਕਿਆ ਹੈ। ਮੈਂ ਉਸ ਨੂੰ ਬਹੁਤ ਰੋਕਿਆ ਪਰ ਉਸ ਨੂੰ ਹਟਾ ਨਾ ਸਕਿਆ ਤੇ ਉਹ ਅੱਜ ਮਰਨ ਕੰਢੇ ਪਿਆ ਹੋਇਆ ਹੈ। ਪਰ ਦੂਜਾ ਮੁੰਡਾ ਪੜਿਆ ਤਾਂ ਕਾਫੀ ਹੈ, ਲੰਡਨ ਗਿਆ ਸੀ ਪਰ ਪਤਾ ਨਹੀਂ ਕੀ ਹੋਇਆ, ਉਸ ਨੂੰ ਦਿਲ ਦਾ ਕੋਈ ਪ੍ਰੋਬਲਮ ਆ ਗਈ ਤੇ ਹੁਣ ਉਹ ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਰਹਿੰਦਾ ਹੈ ਜੋ ਕਿ ਹੁਣ ਉਹ ਲੰਡਨ ਤੋਂ ਵਾਪਿਸ ਆ ਚੁੱਕਿਆ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੁਝ ਵੀ ਨਹੀਂ ਹੋਇਆ। ਹੌਲੀ ਹੌਲੀ ਮੈਂ ਸਭ ਕੁਝ ਸਮਝ ਗਿਆ ਕਿ ਪਰਮਾਤਮਾ ਸਭ ਕੁਝ ਮੇਰੇ ਪਾਪਾਂ ਦਾ ਮੇਰੇ ਸਾਹਮਣੇ ਰੱਖ ਰਿਹਾ ਹੈ, ਇਸ ਲਈ ਮੈਨੂੰ ਕੁਝ ਵੀ ਨਹੀਂ ਹੋਇਆ ਕਿਉਂਕਿ ਪਰਮਾਤਮਾ ਮੈਨੂੰ ਇਹ ਅਹਿਸਾਸ ਕਰਵਾ ਰਿਹਾ ਹੈ ਕਿ ਨਾ ਤਾਂ ਮੈਂ ਜਿਉਂਦਿਆਂ ਦੇ ਵਿੱਚ ਹਾਂ ਤੇ ਨਾ ਹੀ ਮਰਿਆਂ ਦੇ ਵਿੱਚ। ਫਿਰ ਉਹ ਅਫਸਰ ਗੱਡੀ ਦੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਿਆ ਕਿ ਉਹ ਗੱਡੀ ਮਹਿੰਗੀ ਤੇ ਵਧੀਆ ਦਿਖ ਰਹੀ ਹੈ ਜਿਸ ਦੀ ਕੀਮਤ 40 ਤੋਂ 50 ਲੱਖ ਹੈ। ਉਹ ਸੋਹਣੀ ਗੱਡੀ ਦੇ ਵਿੱਚ ਮੇਰੇ ਪਾਪਾ ਦਾ, ਮੇਰਾ ਨਸ਼ੇੜੀ ਪੁੱਤ ਤੇ ਨਾਲ ਹੀ ਮੇਰਾ ਪਾਗਲ ਪੁੱਤ ਅਤੇ ਉਹਨਾਂ ਦੇ ਨਾਲ ਹੀ ਮੇਰੀਆਂ ਤਲਾਕਸ਼ੁਦਾ ਲੜਕੀਆਂ ਬੈਠੀਆਂ ਨੇ ਜਿਨ੍ਹਾਂ ਨੂੰ ਲੈ ਕੇ ਮੈਂ ਗੁਰਦੁਆਰੇ ਸਾਹਿਬ ਰੋਜ਼ ਆਉਂਦਾ ਹਾਂ ਕਿ ਸ਼ਾਇਦ ਮੇਰੇ ਗੁਨਾਹ ਬਖਸ਼ੇ ਜਾਣ, ਕਿ ਮੈਂ ਆਪਣੇ ਕੀਤੇ ਹੋਏ ਦਾ ਪਛਤਾਵਾ ਕਰ ਸਕਾਂ। ਕੁਲਵੀਰ ਸਿੰਘ ਨੇ ਕਿਹਾ ਕਿ ਉਸ ਅਫਸਰ ਦੀ ਗੱਲ ਸੁਣ ਕੇ ਮੈਂ ਸੋਚਾਂ ਦੇ ਵਿੱਚ ਡੁੱਬ ਚੁੱਕਿਆ ਸੀ ਤੇ ਸਭ ਕੁਝ ਮੇਰੀ ਵੀ ਸਮਝ ਤੋਂ ਬਾਹਰ ਹੀ ਸੀ। ਮੈਂ ਨਰਕਾਂ ਤੇ ਸਵਰਗਾਂ ਦੇ ਦਰਸ਼ਨ ਕਰ ਹੀ ਚੁੱਕਿਆ ਸੀ। ਉਹ ਅਫਸਰ ਮੈਨੂੰ ਕਹਿਣ ਲੱਗਿਆ ਕਿ ਹੁਣ ਮੇਰੀ ਮਦਦ ਕਰੋਗੇ, ਮੇਰੇ ਬੱਚੇ ਕਿਵੇਂ ਠੀਕ ਹੋਣਗੇ, ਮੇਰੇ ਪਾਪ ਕਿਵੇਂ ਖਤਮ ਹੋਣਗੇ ਤੇ ਮੈਨੂੰ ਮਾਫੀ ਕਿਵੇਂ ਮਿਲੇਗੀ। ਇਹ ਸਭ ਨੂੰ ਖਤਮ ਕਰਨ ਲਈ ਮੈਨੂੰ ਕੀ ਕਰਨਾ ਪਵੇਗਾ। ਹੁਣ ਮੇਰੇ ਕੋਲ ਉਸ ਦੀਆਂ ਗੱਲਾਂ ਦਾ ਕੋਈ ਵੀ ਜਵਾਬ ਨਹੀਂ ਸੀ ਤੇ ਮੈਂ ਆਪਣੇ ਕੀਤੇ ਹੋਏ ਵਾਅਦੇ ਦਾ ਵੀ ਕੀ ਕਰਦਾ। ਮੇਰੀ ਖਾਮੋਸ਼ੀ ਦੇਖ ਕੇ ਉਹ ਉੱਠ ਕੇ ਚਲੇ ਗਏ ਤੇ ਕਹਿਣ ਲੱਗੇ ਕਿ ਮੈਂ ਵਾਪਿਸ ਆਵਾਂਗਾ ਤੇ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ। ਸੱਚਮੁੱਚ ਹੀ ਉਸ ਦੀ ਗੱਡੀ ਦੇ ਵਿੱਚ ਉਸ ਦੇ 4 ਬੱਚੇ ਹੀ ਸੀ ਜੋ ਕਿ ਮਾੜੇ ਹਾਲਾਤਾਂ ਦੇ ਵਿੱਚ ਸੀ। ਉਹਨਾਂ ਨੂੰ ਗੁਰਦੁਆਰੇ ਸਾਹਿਬ ਵਿੱਚ ਲੈ ਗਿਆ। ਹੁਣ ਮੈਂ ਆਪਣਾ ਵਾਅਦਾ ਕਿਵੇਂ ਪੂਰਾ ਕਰਾਂ, ਉਸ ਦੀ ਮਦਦ ਕਿਵੇਂ ਕਰਾਂ। ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੇ ਸੁਝਾਅ ਦਿਓ ਜੋ ਕਿ ਮੈਂ ਉਸ ਦੀ ਮਦਦ ਕਰ ਸਕਾਂ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ ਸਕੇ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।